हाँ जी बच्चे 4 पॉइंट्स ਜਿਹੜੇ ਅਸੀਂ प्रीवियस वीडियो ਵਿੱਚ डिस्कस कर चुके हैं। ਅੱਜ ਅਸੀਂ ਕਰਾਂਗੇ ਆਪਣਾ 5th पॉइंट ਹੈਲਪਫੁਲ ਇਨ ਪ੍ਰਾਈਸ ਡਿਸਕ੍ਰਿਮੀਨੇਸ਼ਨ। ਪ੍ਰਾਈਸ ਡਿਸਕ੍ਰਿਮੀਨੇਸ਼ਨ ਮੀਨਸ ਹੁੰਦਾ ਵਾ ਜਦੋਂ ਇੱਕ ਹੀ ਵਸਤੂ ਦਾ ਜਿਹੜਾ ਮੁੱਲ ਆ ਅਲੱਗ-ਅਲੱਗ ਜਿਹੜੇ ਕੰਜ਼ਿਊਮਰ ਉਹਨਾਂ ਨੂੰ ਅਲੱਗ-ਅਲੱਗ ਲਗਾਇਆ ਜਾਂਦਾ। ਜੇ ਅਸੀਂ ਇਲੈਕਟ੍ਰਿਸਿਟੀ ਦੀ ਐਗਜ਼ਾਮਪਲ ਲਈਏ, ਬਿਜਲੀ ਦੀ ਐਗਜ਼ਾਮਪਲ ਲਈਏ, ਤਾਂ ਜੇ ਅਸੀਂ ਕੀ ਆ ਘਰਾਂ ਲਈ ਬਿਜਲੀ ਯੂਜ਼ ਕਰਦੇ ਆ ਉਹਦੀ ਯੂਨਿਟ ਜਿਹੜੀ ਹੁੰਦੀ ਆ ਉਹ ਘੱਟ ਹੁੰਦੀ ਆ, ਬਟ ਜੇ ਅਸੀਂ ਕਿਸੇ ਫੈਕਟਰੀ 'ਚ ਉਹੀ ਬਿਜਲੀ ਯੂਜ਼ ਕਰਦੇ ਆ ਤਾਂ ਉਹਦੀ ਜਿਹੜੀ ਯੂਨਿਟ ਹੁੰਦੀ ਆ ਉਹ ਜ਼ਿਆਦਾ ਮਹਿੰਗੀ ਹੁੰਦੀ ਆ। ਠੀਕ ਆ, ਉਹਨੂੰ ਆਪਾਂ ਪ੍ਰਾਈਸ ਡਿਸਕ੍ਰਿਮੀਨੇਸ਼ਨ ਕਹਿੰਦੇ ਆ। ਇੱਕ ਵਸਤੂ ਦਾ ਹੀ ਮੁੱਲ ਅਲੱਗ-ਅਲੱਗ ਲਗਾਉਣਾ। ਠੀਕ ਆ ਜੀ। When there is a single seller of a product in the market situation is set to monopoly and that seller is known as monopolist। हाँ जी, ਜਦੋਂ ਇੱਕ ਹੀ ਜਿਹੜਾ ਸੈਲਰ ਹੁੰਦਾ ਵਾ, ਮਤਲਬ ਕਿ ਇੱਕ ਹੀ ਵਸਤੂ ਨੂੰ ਵੇਚਣ ਵਾਲਾ ਹੁੰਦਾ ਵਾ, ਤਾਂ ਉਹਨੂੰ ਆਪਾਂ ਕੀ ਕਹਿੰਦੇ ਆ, ਉਹਨੂੰ ਉਹ ਮਾਰਕੀਟ ਦੀ ਸਿਚੁਏਸ਼ਨ ਨੂੰ ਅਸੀਂ ਮੋਨੋਪੋਲੀ ਕਹਿੰਦੇ ਆ, ਤੇ ਜਿਹੜਾ ਉਹ ਸੈਲਰ ਹੁੰਦਾ ਉਹਨੂੰ ਅਸੀਂ ਕਹਿੰਦੇ ਆ ਮੋਨੋਪੋਲਿਸਟ। ਠੀਕ ਆ, ਜਿਹੜਾ ਮੋਨੋਪੋਲਿਸਟ ਹੁੰਦਾ ਬੱਚੇ ਉਹਦਾ ਮੇਨ ਆਬਜੈਕਟ ਹੁੰਦਾ ਵਾ ਵੀ ਉਹ ਜ਼ਿਆਦਾ ਤੋਂ ਜ਼ਿਆਦਾ ਪ੍ਰੋਫਿਟ ਕਮਾਵੇ, ਤੇ ਉਹ ਮੈਕਸਿਮਮ ਪ੍ਰੋਫਿਟ ਕਮਾਉਣ ਲਈ ਬੱਚੇ ਕੀ ਕਰਦਾ ਵਾ, ਪ੍ਰਾਈਸ ਆਫ ਹਿਸ ਪ੍ਰੋਡਕਟ ਬਾਈ ਕੀਪਿੰਗ ਦਾ, ਉਹ ਕੀ ਆ, ਪ੍ਰਾਈਸ ਇਲਾਸਟਿਸਿਟੀ ਆਫ ਡਿਮਾਂਡ ਨੂੰ ਧਿਆਨ 'ਚ ਰੱਖਦਾ ਵਾ। ਠੀਕ ਆ, ਉਹ ਕੀ ਹੈ ਜਿੱਥੇ ਜਿਹੜੀ ਮਾਰਕੀਟ 'ਚ ਉਹਦਾ ਜਿਹੜੀ ਪ੍ਰੋਡਕਟ ਆ ਉਹ ਕੀ ਆ, ਉਹਦੀ ਡਿਮਾਂਡ ਲੈਸ ਇਲਾਸਟਿਕ ਆ, ਉੱਥੇ ਉਹ ਜ਼ਿਆਦਾ ਪ੍ਰਾਈਸ ਸੈੱਟ ਕਰਦਾ ਵਾ। ਦੂਸਰੀ ਸਾਈਡ ਜਿੱਥੇ ਉਹਦੀ ਡਿਮਾਂਡ ਆ ਜਿਹੜੀ ਮੋਰ ਇਲਾਸਟਿਕ ਹੁੰਦੀ ਆ, ਠੀਕ ਆ, ਮੀਨਸ ਕਿ ਜਿੱਥੇ ਉਹਨੂੰ ਲੱਗਦਾ ਵਾ ਕਿ ਥੋੜੀ ਜਿਹੀ ਚੇਂਜ ਕਰਨਾ, ਉਹ ਜਿਹੜੀ ਡਿਮਾਂਡ ਆ ਉਹਦੇ ਵਿੱਚ ਹੋ ਸਕਦਾ ਵਾ, ਠੀਕ ਆ, ਫੇਰ ਬਦਲ ਹੋ ਸਕਦਾ ਵਾ, ਤਾਂ ਉਹ ਕੀ ਕਰਦਾ ਬੱਚੇ, ਉੱਥੇ ਕੀ ਆਪਣਾ ਪ੍ਰਾਈਸ ਲੋ ਸੈੱਟ ਕਰਦਾ ਵਾ। ਠੀਕ ਆ। ਹਾਂਜੀ, ਨੈਕਸਟ ਸਾਡਾ ਆ ਗਿਆ ਹੈਲਪਫੁਲ ਇਨ ਪ੍ਰਾਈਸ ਡਿਟਰਮੀਨੇਸ਼ਨ ਆਫ ਜੁਆਇੰਟ ਸਪਲਾਈ ਗੁੱਡਸ। ਹਾਂਜੀ, ਜਦੋਂ ਅਸੀਂ ਜੁਆਇੰਟ ਸਪਲਾਈ ਗੁੱਡਸ ਮੀਨ ਕਿ ਜਿਨ੍ਹਾਂ ਦੀ ਸਪਲਾਈ ਇਕੱਠਿਆਂ ਦੀ ਹੁੰਦੀ ਹੈ ਵਸਤੂਆਂ ਦੀ, ਉਹਨਾਂ ਦਾ ਜਦੋਂ ਪ੍ਰਾਈਸ ਨਿਰਧਾਰਿਤ ਕਰਦੇ ਹਾਂ ਤਾਂ ਉਦੋਂ ਵੀ ਅਸੀਂ ਪ੍ਰਾਈਸ ਇਲਾਸਟਿਸਿਟੀ ਆਫ ਡਿਮਾਂਡ ਨੂੰ ਧਿਆਨ 'ਚ ਰੱਖਦੇ ਹਾਂ। ਠੀਕ ਆ, ਪ੍ਰਾਈਸ ਫॉर ਸੱਚ ਗੁੱਡਸ ਆਰ ਆਲਸੋ ਫਿਕਸਡ ਬਾਈ ਕੀਪਿੰਗ ਇਨ ਮਾਈਂਡ ਪ੍ਰਾਈਸ ਇਲਾਸਟਿਸਿਟੀ ਆਫ ਡਿਮਾਂਡ। ਕਿਹੜੇ ਹੋ ਸਕਦੇ ਜੁਆਇੰਟ ਸਪਲਾਈ, ਜਿਵੇਂ ਵੀਟ ਐਂਡ ਕਫ। ਠੀਕ ਆ, ਵੀਟ ਐਂਡ ਸੈਫ ਮਤਲਬ ਕਿ ਜਿਹੜੇ ਆਪਾਂ ਪੜ੍ਹਦੇ ਆ ਕਣਕ ਤੇ ਜਿਹੜੀ, ਠੀਕ ਆ, ਤੂੜੀ ਹੁੰਦੀ ਆ, ਉਹ ਇਕੱਠੇ ਹੁੰਦੇ ਆ। ਕਾਟਨ ਐਂਡ ਕਾਟਨ ਸੀਡਸ ਮਤਲਬ ਕਿ ਕਪਾਹ ਤੇ ਕਪਾਹ ਦੇ ਬੀਜ ਹੁੰਦੇ ਆ ਜਿਹੜੇ, ਉਹ ਮੀਟ ਐਂਡ ਫਲੈਸ਼, ਇਹ ਜਿਹੜੇ ਜੁਆਇੰਟਲੀ ਸਪਲਾਈ ਹੁੰਦੀ ਹੈ, ਮੀਨਸ ਕਿ ਦੋਨੇ ਇਕੱਠੇ ਹੀ ਪੈਦਾ ਹੁੰਦੇ ਆ। ਠੀਕ ਆ ਜੀ, ਤਾਂ ਇਹਨਾਂ ਦੇ ਪ੍ਰਾਈਸ ਕਿਸ ਚੀਜ਼ ਨੂੰ ਧਿਆਨ 'ਚ ਰੱਖ ਕੇ ਕਰਦੇ ਆ ਕਿ ਇਹਨਾਂ ਦੀ ਡਿਮਾਂਡ ਕਿਸ ਤਰ੍ਹਾਂ ਦੀ ਹੈ। ਜੇ ਤਾਂ ਲੈਸ ਇਲਾਸਟਿਕ ਡਿਮਾਂਡ ਆ ਇਹਨਾਂ ਦੀ, ਤਾਂ ਇਹਨਾਂ ਦੇ ਪ੍ਰਾਈਸ ਹਾਈ ਸੈੱਟ ਕੀਤੇ ਜਾਂਦੇ ਆ। ਜੇ ਇਹਨਾਂ ਦੀ ਡਿਮਾਂਡ ਕਿਹੜੀ ਆ, ਮੋਰ ਇਲਾਸਟਿਕ, ਤਾਂ ਇਹਨਾਂ ਦੇ ਪ੍ਰਾਈਸ ਜਿਹੜੇ ਲੋ ਸੈੱਟ ਕੀਤੇ ਜਾਂਦੇ ਆ। ਨੈਕਸਟ ਸਾਡਾ ਆ ਗਿਆ ਪੈਰਾਡਾਕਸ ਆਫ ਪਾਵਰਟੀ ਐਮਿਡਸ ਪਲੈਂਟੀ। ਠੀਕ ਆ, ਜਿਹੜੀ ਕਈ ਵਾਰ ਬੱਚੇ ਕੀ ਹੁੰਦਾ, ਸਮ ਟਾਈਮਸ ਇਨਕਮ ਦਾ ਪ੍ਰੋਡਿਊਸਰ ਰਿਮੇਨਸ ਸਟੈਗਨੇਟਡ ਐਟ ਲੋ ਪ੍ਰਾਈਸ ਡਿਸਪਾਈਟ ਸਬਸਟੈਂਸ਼ੀਅਲ ਇਨਕਰੀਜ਼ ਇਨ ਪ੍ਰੋਡਕਟਿਵਿਟੀ ਐਂਡ ਪ੍ਰੋਡਕਸ਼ਨ। ਕਈ ਵਾਰ ਬੱਚੇ ਕੀ ਹੁੰਦਾ, ਜਿਹੜਾ ਪ੍ਰੋਡਿਊਸਰ ਹੁੰਦਾ ਵਾ, ਮਤਲਬ ਕਿ ਜਿਹੜਾ ਵਸਤੂਆਂ ਪ੍ਰੋਡਿਊਸ ਕਰਨ ਵਾਲਾ ਹੁੰਦਾ, ਉਹਦੀ ਆਮਦਨ ਆ ਜਿਹੜੀ ਸੇਮ ਹੀ ਰਹਿ ਜਾਂਦੀ ਆ, ਚਾਹੇ ਉਹ ਕਿੰਨੀ ਮਰਜ਼ੀ ਪ੍ਰੋਡਕਸ਼ਨ ਕਰ ਲੇ। ਫੋਰ ਐਗਜ਼ਾਮਪਲ ਅਸੀਂ ਲੈ ਲੈਂਦੇ ਹਾਂ, despite substantial increase in agricultural production the income of the farmers remains stagnated। ਚਾਹੇ ਵੀ ਜਿਹੜੇ ਫਾਰਮਰ ਆ, ਜਿਹੜੇ, ਠੀਕ ਆ, ਕਿਸਾਨ ਆ, ਉਹ ਆਪਣੀ ਜਿਹੜੀ ਇਨਕਰੀਜ਼ ਪੈਦਾਵਾਰ ਜਿੰਨੀ ਮਰਜ਼ੀ ਵਧਾ ਲੈਣ, ਪਰ ਫਿਰ ਵੀ ਜਿਹੜੀ ਉਹਨਾਂ ਦੀ ਆਮਦਨ ਸਥਿਰ ਰਹਿੰਦੀ ਹੈ। ਕਿਹੜੇ ਕਾਰਨਾਂ ਕਰਕੇ ਰਹਿੰਦੀ ਹੈ ਉਹ ਅਸੀਂ ਅੱਗੇ ਪੜਾਂਗੇ। when agriculture production rises the supply of agriculture goods in agriculture market rises after the harvesting of agricultural crops। ਹਾਂਜੀ, ਜਦੋਂ ਜਿਹੜੇ ਐਗਰੀਕਲਚਰ ਪ੍ਰੋਡਕਸ਼ਨ ਆ, ਮਤਲਬ ਕਿ ਜਦੋਂ ਕਿਸੇ ਚੀਜ਼ ਦੀ ਪੈਦਾਵਾਰ ਹੁੰਦੀ ਆ ਤਾਂ ਉਹਨੂੰ ਕੱਟ ਕੇ ਜਦੋਂ ਮੰਡੀ 'ਚ ਲੈ ਕੇ ਜਾਂਦੇ ਆ ਬੱਚੇ, ਤਾਂ ਉਹਦੇ ਨਾਲ ਇੱਕਦਮ ਸਪਲਾਈ ਇਨਕਰੀਜ਼ ਹੋ ਜਾਂਦੀ ਹੈ। ਉਹ ਵਸਤੂ ਦੀ ਸਪਲਾਈ ਇਨਕਰੀਜ਼ ਹੋਣ ਨਾਲ ਉਹਦੀ ਡਿਮਾਂਡ ਇੰਨੀ ਨਹੀਂ ਹੁੰਦੀ, ਤਾਂ ਕਰਕੇ ਉਹਦੇ ਜਿਹੜੇ ਰੇਟ ਆ ਉਹ ਘਟ ਜਾਂਦੇ ਆ। ਠੀਕ ਆ, ਮੰਡੀ 'ਚ ਉਹ ਚੀਜ਼ ਦੇ ਰੇਟ ਘਟ ਜਾਂਦੇ ਆ। ਤੇ ਮੇਨ ਰੀਜ਼ਨ ਕੀ ਆ, ਜਿਹੜੀ ਲੈਸ ਇਲਾਸਟਿਕ ਹੁੰਦੀ ਹੈ ਇਹਨਾਂ ਦੀ ਡਿਮਾਂਡ। ਠੀਕ ਆ, ਡਿਊ ਟੂ ਦਿਸ ਈਵਨ ਵੈਨ ਪ੍ਰਾਈਸ ਫਾਲਸ ਦੇਰ ਇਜ਼ ਨੋ ਸਬਸਟੈਂਸ਼ੀਅਲ ਇਨਕਰੀਜ਼ ਇਨ ਡਿਮਾਂਡ। ਚਾਹੇ ਉਹਨਾਂ ਦੀ ਡਿਮਾਂਡ ਜਿਹੜੀ ਆ ਪ੍ਰਾਈਸ ਵਿੱਚ ਘਟ ਵੀ ਜਾਵੇ, ਤਾਂ ਵੀ ਉਹਨਾਂ ਦੀ ਜਿਹੜੀ ਡਿਮਾਂਡ ਆ ਉਹ ਇਨਕਰੀਜ਼ ਨਹੀਂ ਹੁੰਦੀ। ਹੈਂਸ no one hand whole the of the output farmer does not get sold। ਤਾਂ ਵੀ ਜਿਹੜੀ ਉਹਨਾਂ ਦੀ ਜਿਹੜੀ ਪ੍ਰੋਡਕਸ਼ਨ ਨਹੀਂ ਵਿਕਦੀ, ਤਾਂ ਇਹਦੇ ਨਾਲ ਤਾਂ ਕਰਕੇ ਜਿਹੜੇ ਫਾਰਮਰ ਆ ਉਹ ਕੀ ਆ, ਲੋਅਰ ਪ੍ਰਾਈਸ ਆਪਣੀ ਜਿਹੜੀ ਆਊਟਪੁੱਟ ਆ ਉਹਦਾ ਪਾਉਂਦੇ ਆ। ਠੀਕ ਆ ਜੀ, ਤਾਂ ਇਸ ਤੋਂ ਅੱਗੇ ਕੀ ਆ, ਤਾਂ ਕਰਕੇ ਵੀ ਚਾਹੇ ਉਹ ਪ੍ਰੋਡਕਸ਼ਨ ਕਿੰਨੀ ਵੀ ਕਰ ਲੈਣ, ਜਿਹੜੀ ਉਹਨਾਂ ਦੀ ਇਨਕਮ ਉਹ ਸੇਮ ਹੀ ਰਹਿੰਦੀ ਹੈ। ਨੈਕਸਟ 8th ਪੁਆਇੰਟ ਹੈਗਾ ਸਾਡਾ ਇੰਪੋਰਟੈਂਸ ਐਂਡ ਪਬਲਿਕ ਯੂਟਿਲਿਟੀ ਵਰਕਸ। ਹਾਂਜੀ, ਸਕੂਲਸ, ਕਾਲਜ, ਹਸਪੀਟਲਸ, ਲਾਇਬ੍ਰੇਰੀਜ਼, ਪਾਰਕਸ, ਜਿਹੜੀਆਂ ਇਹ ਸਾਰੀਆਂ ਪਬਲਿਕ ਯੂਟਿਲਿਟੀ ਸਰਵਿਸਿਜ਼ ਹੁੰਦੀਆਂ, ਮੀਨਸ ਕਿ ਲੋਕਾਂ ਲਈ ਬਣਾਈ ਗਏ ਹੁੰਦੇ ਆ। ਦ ਰਿਸਪੋਂਸਿਬਿਲਿਟੀ ਟੂ ਪ੍ਰੋਵਾਈਡ ਸੱਚ ਸਰਵਿਸਿਜ਼ ਰੈਸਟਸ ਵਿਦ ਦਾ ਗਵਰਨਮੈਂਟ। ਜਿਹੜਾ ਇਹ ਮੇਨ ਕੰਮ ਹੁੰਦਾ, ਇਹ ਕਿਹਦੀ ਜ਼ਿੰਮੇਵਾਰੀ ਹੁੰਦੀ ਹੈ, ਸਰਕਾਰ ਦੀ ਜ਼ਿੰਮੇਵਾਰੀ ਹੁੰਦੀ ਹੈ। ਦ ਡਿਮਾਂਡ ਫॉर ਸੱਚ ਸਰਵਿਸਿਜ਼ ਇਜ਼ ਲੈਸ ਇਲਾਸਟਿਕ। ਜਿਹੜੇ ਇਹਨਾਂ ਦੀ ਡਿਮਾਂਡ ਹੁੰਦੀ ਹੈ ਲੈਸ ਇਲਾਸਟਿਕ ਹੁੰਦੀ ਹੈ, ਮੀਨਸ ਕਿ ਸਕੂਲ, ਕਾਲਜ, ਹਸਪੀਟਲਸ, ਲਾਇਬ੍ਰੇਰੀਜ਼, ਪਾਰਕਸ, ਇਹਨਾਂ ਦੀ ਡਿਮਾਂਡ ਹਮੇਸ਼ਾ ਰਹਿੰਦੀ ਹੈ। ਇਹਨਾਂ ਦੀ ਇਹ ਤਾਂ ਨਹੀਂ ਹੁੰਦਾ ਵੀ ਡਿਮਾਂਡ ਵੱਧ ਜਾਂ ਘਟ ਸਕਦੀ ਹੈ। ਠੀਕ ਆ, ਇਹਨਾਂ ਦੀ ਲੈਸ ਇਲਾਸਟਿਕ ਹੁੰਦੀ, ਮੀਨਸ ਕਿ ਚੇਂਜ ਨਹੀਂ ਜ਼ਿਆਦਾ ਹੁੰਦੀ। ਇਹਨਾਂ ਦੀ ਡਿਮਾਂਡ ਸਾਨੂੰ ਰਹਿੰਦੀ ਹੋਈ ਹੈ। ਜਿਵੇਂ ਸਾਨੂੰ ਸਕੂਲ ਆ, ਠੀਕ ਆ, ਸਕੂਲਾਂ ਦੀ ਸਾਨੂੰ ਡਿਮਾਂਡ ਰਹੂਗੀ। ਇਸ ਤੋਂ ਅੱਗੇ ਡਿਸਪਾਈਟ ਦਿਸ the government fixes low prices for such services so that all the section of the society may enjoy these services and hence may lead ਆ ਪ੍ਰੋਸਪੈਰਿਸ ਲਾਈਫ। ਤਾਂ ਜਿਹੜੀ ਸਰਕਾਰ ਹੁੰਦੀ ਹੈ ਬੱਚੇ, ਇਹਨਾਂ ਦਾ ਲੋ ਪ੍ਰਾਈਸ ਸੈੱਟ ਕਰਦੀ ਆ,
ਠੀਕ ਆ। ਜਿਹੜੇ ਗਰੀਬ ਸੈਕਸ਼ਨ ਹੁੰਦੇ ਆ ਉਹਨਾਂ ਨੂੰ ਕੀ ਹੈ ਜ਼ਿਆਦਾ ਸਰਵਿਸਿਜ਼ ਦਿੰਦੀ ਹੈ, ਜਿਹਦੇ ਨਾਲ ਕੀ ਆ ਉਹ ਵਧੀਆ ਜ਼ਿੰਦਗੀ ਜਿਉ ਸਕਦੇ ਆ। ਤੇ ਇਹਨੂੰ ਕੀ ਕਹਿੰਦੇ ਆਪਾਂ, ਇਹ ਕਿਹੜੀ ਚੀਜ਼ਾਂ ਨੂੰ ਧਿਆਨ ਚ ਰੱਖ ਕੇ ਕੀਤੀ ਜਾਂਦੀ ਆ, ਪ੍ਰਾਈਸ ਇਲਾਸਟੀਸਿਟੀ ਡਿਮਾਂਡ, ਮਤਲਬ ਕਿ ਉਹ ਚੀਜ਼ ਦੀ ਕਿੰਨੀ ਡਿਮਾਂਡ। ਆਈ ਹੋਪ ਜਿਹੜਾ ਤੁਹਾਨੂੰ ਬੇਟੇ ਇਹ ਕਨਸੈਪਟ ਕਲੀਅਰ ਹੋ ਗਿਆ ਹੋਊਗਾ ਕਿ ਇਹਦੀ ਇੰਪੋਰਟੈਂਸ ਕੀ ਹੈ, ਪ੍ਰਾਈਸ ਇਲਾਸਟੀਸਿਟੀ ਆਫ ਡਿਮਾਂਡ ਵੀ। ਠੀਕ ਆ। ਇਸ ਤੋਂ ਅੱਗੇ ਨੈਕਸਟ ਵੀਡੀਓ 'ਚ ਮੇ ਵੀ ਅਸੀਂ ਜਿਹੜੇ ਆਪਣੇ ਸਮ ਸੋਲਵ ਕਰੀਏ, ਨਹੀਂ ਤਾਂ ਫਿਰ ਆਪਾਂ ਅਗਲਾ ਆਪਣਾ ਜਿਹੜਾ ਚੈਪਟਰ ਉਹ ਸ਼ੁਰੂ ਕਰਾਂਗੇ। ਓਕੇ।